हेलो स्टूडेंट्स, हाउ आर यू। वेलकम टू योर बॉटनी लैक्चर। बेटा ਆਪਾਂ ख़त्म कर लिया ਈਕੋਸਿਸਟਮ ਤੇ ਅੱਜ ਆਪਾਂ ਸਟਾਰਟ ਕਰਾਂਗੇ ਕਲਾਈਮੈਟਿਕ ਫੈਕਟਰਸ। ਇਨਵਾਇਰਨਮੈਂਟ ਕੀ ਹੁੰਦਾ ਆ, ਆਪਾਂ ਨੂੰ ਪਤਾ ਆ ਸਾਡਾ ਆਲਾ ਦੁਆਲਾ ਜਿਹੜਾ ਆ ਉਹ ਇਨਵਾਇਰਨਮੈਂਟ ਆ ਤੇ ਇਨਵਾਇਰਨਮੈਂਟ ਬਹੁਤ ਸਾਰੇ ਫੈਕਟਰਸ ਨਾਲ ਅਫੈਕਟ ਹੁੰਦਾ ਆ। ਫॉर एग्जांपल ਫਿਜ਼ੀਕਲ ਫੈਕਟਰਸ ਹੋ ਗਏ, ਬਾਇਓਲੋਜੀਕਲ ਫੈਕਟਰਸ ਹੋ ਗਏ। ਫਿਜ਼ੀਕਲ ਫੈਕਟਰਸ ਜਿਹੜੇ ਆ ਉਹ ਹੋ ਗਏ ਕਲਾਈਮੈਟਿਕ ਐਡਾਫਿਕ ਫੈਕਟਰਸ ਤੇ ਬਾਇਓਲੋਜੀਕਲ ਅਸੀਂ ਪੜ੍ਹ ਚੁੱਕੇ ਹਾਂ ਈਕੋਸਿਸਟਮ ਦੇ ਵਿੱਚ। ਬਾਇਓਟਿਕ ਫੈਕਟਰਸ ਹਰਬੀਵੋਰਸ, ਕਾਰਨੀਵੋਰਸ, ਹੈ ਨਾ, ਲਿਵਿੰਗ ਫੈਕਟਰਸ। ਫਿਰ ਕਲਾਈਮੇਟ ਕੀ ਹੁੰਦਾ ਆ ਬੇਟਾ, ਕਲਾਈਮੇਟ ਕਿਸੇ ਵੀ ਇਨਵਾਇਰਨਮੈਂਟ ਦਾ ਜਾਂ ਕਿਸੇ ਵੀ ਏਰੀਆ ਦਾ ਜਿਹੜਾ ਮੌਸਮ ਹੁੰਦਾ ਆ, ਵੈਦਰ ਹੁੰਦਾ, ਉਹਨੂੰ ਆਪਾਂ ਕਹਿੰਦੇ ਹਾਂ ਕਲਾਈਮੇਟਿਕ ਫੈਕਟਰ। ਕਲਾਈਮੇਟ ਅਗਰ ਅਸੀਂ ਜ਼ਿਆਦਾ ਏਰੀਆ ਦੇ ਵਿੱਚ ਕਲਾਈਮੇਟ ਸਟੱਡੀ ਕਰਦੇ ਹਾਂ ਤਾਂ ਉਹ ਹੋ ਗਿਆ ਮੈਕਰੋ ਕਲਾਈਮੇਟ। ਅਗਰ ਕਿਸੇ ਪਰਟੀਕੂਲਰ ਏਰੀਆ 'ਚ ਕਨਫਾਈਨਡ ਰੀਜਨ 'ਚ ਅਗਰ ਅਸੀਂ ਕਲਾਈਮੇਟ ਦੇਖਦੇ ਹਾਂ ਤਾਂ ਉਹ ਹੋ ਗਿਆ ਮਾਈਕਰੋ ਕਲਾਈਮੇਟ। ਹੁਣ ਬਹੁਤ ਸਾਰੇ ਫੈਕਟਰਸ ਆ ਜਿਹੜੇ ਕਲਾਈਮੇਟ 'ਚ ਰੋਲ ਪਲੇ ਕਰਦੇ ਆ, ਜਾਂ ਉਹ ਹੈਗੇ ਆ। ਫਸਟ ਇਜ਼ ਵਾਟਰ। ਹੁਣ ਵਾਟਰ ਤੁਹਾਨੂੰ ਪਤਾ ਹੀ ਹੈ ਕਿ ਪੂਰੀ ਅਰਥ ਸਰਫੇਸ 'ਤੇ 71% ਜਿਹੜਾ ਆ ਉਹ ਪਾਣੀ ਪ੍ਰੈਜ਼ੈਂਟ ਆ। ਅਗਰ ਵਾਟਰ ਜਿਹੜਾ ਆ ਲਿਕੁਇਡ ਹੁੰਦਾ ਆ ਐਟ ਲੋ ਟੈਂਪਰੇਚਰ, ਮੋਲੀਕੂਲਰ ਫਾਰਮੂਲਾ ਤੁਹਾਨੂੰ ਇਹਦਾ ਪਤਾ ਹੀ ਹੈ H2O, ਹੈ ਨਾ। ਅਤੇ ਇਹਦੇ ਇੰਪੋਰਟੈਂਸ ਵੀ ਤੁਹਾਨੂੰ ਪਤਾ ਹੀ ਆ ਕਿ ਇਹ ਯੂਨੀਵਰਸਲ ਸੋਲਵੈਂਟ ਆ। ਔਰ ਜਿੰਨੇ ਵੀ ਇਹ ਕੈਮੀਕਲ ਰਿਐਕਸ਼ਨਸ ਹੁੰਦੀਆਂ ਆ, ਇਟ ਅਕਰਸ ਡਿਊ ਟੂ ਵਾਟਰ ਜਾਂ ਵਾਟਰ ਹੈਲਪਸ ਇਨ ਕੰਪਲੀਟਿੰਗ ਦਾ ਕੈਮੀਕਲ ਰਿਐਕਸ਼ਨਸ। ਜਿਹੜਾ ਹਾਈਡਰੋਜਨ ਬੌਂਡ ਪ੍ਰੈਜ਼ੈਂਟ ਹੁੰਦਾ ਆ ਵਾਟਰ ਮੋਲੀਕਿਊਲਸ ਦੇ ਵਿੱਚ, ਉਹ ਕੋਹੈਸਿਵ ਅਤੇ ਐਡਹੈਸਿਵ ਪ੍ਰੋਪਰਟੀਜ਼ ਰਿਪਰੈਜ਼ੈਂਟ ਕਰਦਾ ਆ। ਹਾਈ ਹੀਟ ਆਫ ਵੈਪੋਰਾਈਜੇਸ਼ਨ ਵਾਟਰ ਦੇ ਵਿੱਚ ਹੁੰਦੀ ਆ। ਅਤੇ ਵਾਟਰ ਅਗਰ ਟੁੱਟਦਾ ਆ ਤਾਂ ਹਾਈਡਰੋਜਨ ਆਇਨਸ, ਹਾਈਡਰੋਕਸਿਲ ਆਇਨਸ ਐਂਡ ਸੋ ਔਨ, ਇਹ ਤੁਸੀਂ ਕੈਮਿਸਟਰੀ 'ਚ ਪੜ੍ਹਿਆ ਆ। ਇੰਪੋਰਟੈਂਸ ਆਫ ਵਾਟਰ ਫॉर ਲਿਵਿੰਗ ਸਿਸਟਮ, ਇਹ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਬਾਡੀ ਵੀ ਜਿਹੜੀ ਹੈਗੀ ਆ ਉਹ 70% ਵਾਟਰ ਦੀ ਬਣੀ ਹੁੰਦੀ ਆ ਅਤੇ ਇਹ ਸਿਗਨੀਫਿਕੈਂਟ ਰੋਲ ਪਲੇ ਕਰਦੀ ਆ ਇਨ ਲਿਵਿੰਗ ਔਰਗੈਨਿਜ਼ਮਸ ਜਾਂ ਇਨ ਲਿਵਿੰਗ ਸਿਸਟਮ। ਹੁਣ ਵਾਟਰ ਇਹ ਇੱਕ ਰੀਜੈਂਟ ਆ ਬਹੁਤ ਸਾਰੇ ਬਾਇਓਕੈਮੀਕਲ ਰਿਐਕਸ਼ਨਸ, ਠੀਕ ਹੈ। ਫਿਰ ਲਾਰਜ ਨੰਬਰ ਆਫ ਸਬਸਟੈਂਸਸ ਜਿਹੜੇ ਐਂਟਰ ਕਰਦੇ ਆ, ਡਿਸਟਰੀਬਿਊਟ ਹੁੰਦੇ ਆ ਵਿਦਿਨ ਦਾ ਔਰਗੈਨਿਜ਼ਮਸ ਬਾਡੀ, ਉਹ ਸਾਰੇ ਪਾਣੀ 'ਚ ਘੁਲ ਕੇ ਅੱਗੇ ਜਾਂਦੇ ਆ ਜਾਂ ਮੂਵ ਕਰਦੇ ਆ ਟੂ ਡਿਫਰੈਂਟ ਪਾਰਟਸ ਆਫ ਦਾ ਬਾਡੀ। ਵਿਦਿਨ ਦਾ ਪ੍ਰੋਟੋਪਲਾਜ਼ਮ ਛੋਟੇ ਛੋਟੇ ਮੋਲੀਕਿਊਲ ਜਿਹੜੇ ਯੂਨਾਈਟ ਕਰਦੇ ਆ ਟੂ ਫਾਰਮ ਲਾਰਜਰ ਮੋਲੀਕਿਊਲਸ ਵਿਦ ਦਾ ਰਿਮੂਵਲ ਆਫ ਵਾਟਰ, ਉਹਨੂੰ ਅਸੀਂ ਡੀਹਾਈਡਰੇਸ਼ਨ ਕਹਿ ਦਿੰਦੇ ਹਾਂ। ਤਾਂ ਜਿਹੜੇ ਕਹਿ ਲਓ ਕਿ ਵਾਟਰ ਜਿਹੜਾ ਆ ਉਹ ਬਾਡੀ ਫਲੂਇਡਸ 'ਚ ਵੀ ਪ੍ਰੈਜ਼ੈਂਟ ਹੁੰਦਾ ਆ, ਵਿਚ ਹੈਲਪਸ ਇਨ ਦਾ ਟਰਾਂਸਲੋਕੇਸ਼ਨ ਆਫ ਕੈਮੀਕਲ ਸਬਸਟੈਂਸਸ। ਇਸੇ ਤਰ੍ਹਾਂ ਵਾਟਰ ਜਿਹੜਾ ਹੈ ਉਹ ਟਰਜਿਡਿਟੀ ਆਫ ਸੈੱਲ ਮੇਨਟੇਨ ਕਰਦਾ ਆ, ਐਕਸਕ੍ਰੀਸ਼ਨ ਆਫ ਵੇਸਟ ਪ੍ਰੋਡਕਟਸ ਫਰੋਮ ਦਾ ਬਾਡੀ, ਅਤੇ ਮੋਰਫੋਲੋਜੀਕਲ ਫੀਚਰਸ ਆਫ ਮੈਨੀ ਔਰਗੈਨਿਜ਼ਮਸ ਇਹ ਡਿਸਾਈਡ ਕਰਦਾ ਆ। ਅਤੇ ਇਟ ਇਜ਼ ਜਿਹੜਾ ਇਕੁਐਟਿਕ ਸਿਸਟਮ ਆ ਉਹ ਘਰ ਹੁੰਦਾ ਆ, ਹੈਬੀਟੇਟ ਹੁੰਦਾ ਆ ਆਫ ਮੈਨੀ ਲਿਵਿੰਗ ਔਰਗੈਨਿਜ਼ਮਸ, ਹੈ ਨਾ। ਇਕੁਐਟਿਕ ਫਰੋਗ ਹੋ ਗਿਆ, ਕ੍ਰੋਕੋਡਾਈਲ ਹੋ ਗਿਆ। ਫਿਰ ਫਾਰਮਸ ਆਫ ਵਾਟਰ ਜਿਹੜੇ ਬੇਟਾ ਇੰਪੋਰਟੈਂਟ ਆ। ਫਾਰਮਸ ਆਫ ਵਾਟਰ ਦੇ ਵਿੱਚ ਵਾਟਰ ਜਿਹੜਾ ਆ ਡਿਫਰੈਂਟ ਕਹਿ ਲਓ ਫਾਰਮਸ 'ਚ ਪ੍ਰੈਜ਼ੈਂਟ ਹੁੰਦਾ ਆ। ਫਸਟ ਇਜ਼ ਪ੍ਰੈਸੀਪੀਟੇਸ਼ਨ। ਹੁਣ ਪ੍ਰੈਸੀਪੀਟੇਸ਼ਨ ਕੀ ਆ, ਕੂਲਿੰਗ ਅਤੇ ਕੰਡੈਂਸੇਸ਼ਨ ਆਫ ਵੇਪਰ ਐਂਡ ਫਾਲ ਆਫ ਵਾਟਰ ਫਰੋਮ ਐਟਮੋਸਫੇਅਰ ਡਿਊ ਟੂ ਗ੍ਰੈਵੀਟੇਸ਼ਨਲ ਪੁੱਲ। ਆ ਬੇਟਾ ਸਕਾਈ ਆ, ਸਕਾਈ 'ਚ ਆ ਕਲਾਊਡ ਫਾਰਮੇਸ਼ਨ ਹੋਇਆ ਅਤੇ ਇੱਥੋਂ ਜਦੋਂ ਰੇਨਫਾਲ ਗਿਰਨੀ ਆ ਧਰਤੀ 'ਤੇ ਆ ਗਿਰੀ ਅਤੇ ਇਹਨੇ ਵੀ ਕੋਈ ਗ੍ਰੈਵੀਟੇਸ਼ਨਲ ਫੋਰਸ ਨਾਲ ਪਾਣੀ ਨੂੰ ਖਿੱਚਿਆ ਤਾਂ ਰੇਨਫਾਲ ਜਿਹੜੀ ਆ ਡਿਊ ਟੂ ਗ੍ਰੈਵੀਟੇਸ਼ਨਲ ਪੁੱਲ ਅਰਥ ਪਲੈਨਟ 'ਤੇ ਗਿਰਦੀ ਆ। ਪਰ ਅਸੀਂ ਇੱਥੇ ਗੱਲ ਕਰ ਰਹੇ ਹਾਂ ਪ੍ਰੈਸੀਪੀਟੇਸ਼ਨ ਦੀ। ਹੁਣ ਇਹਦੇ ਵਿੱਚ ਵੀ ਪ੍ਰੈਸੀਪੀਟੇਸ਼ਨ ਵੀ ਕਈ ਫਾਰਮਸ ਦੀ ਆ। ਫੋਰ ਐਗਜ਼ਾਮਪਲ ਡੀਜ਼ਲ ਕੀ ਹੁੰਦਾ ਆ, ਵੈਰੀ ਲਾਈਟ ਰੇਨਫਾਲ ਜਦੋਂ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਡੀਜ਼ਲ। ਆਪਾਂ ਕਹਿੰਦੇ ਹਾਂ ਨਾ ਬੂੰਦਾਬਾਂਦੀ ਹੋ ਰਹੀ ਆ ਜਾਂ ਕਿਣਮਿਣ ਹੋ ਰਹੀ ਆ, ਉਹਨੂੰ ਡੀਜ਼ਲ ਕਹਿੰਦੇ ਆ।
हैवी रेनफॉल ਜਿਹੜੀ ਹੁੰਦੀ ਆ ਜਾਂ ਹੈਵੀ ਲਿਕੁਇਡ ਡ੍ਰੌਪਸ ਜਿਹੜੇ ਅਰਥ 'ਤੇ ਗਿਰਦੇ ਆ, ਪੇੜਾਂ 'ਤੇ ਗਿਰਦੇ ਆ, ਸਾਡੇ 'ਤੇ ਗਿਰਦੇ ਆ, ਦੈਟ ਇਜ਼ ਰੇਨ। ਤਾਂ ਰੇਨ ਜਿਹੜੀ ਆ ਉਹ ਹਾਈਡਰੋਲੋਜੀਕਲ ਸਾਈਕਲ ਕੰਪਲੀਟ ਕਰਦੀ ਹੈ ਇੱਕ ਤਰ੍ਹਾਂ ਦੀ। ਫਿਰ ਹੁਣ ਜਿਹੜੇ ਪ੍ਰੈਸੀਪੀਟੇਸ਼ਨ ਜਾਂ ਅਸੀਂ ਜੇ ਕੈਲਕੂਲੇਟ ਕਰਨੀ ਹੋਵੇ ਤਾਂ ਵਰਲਡ ਦੇ ਵਿੱਚ ਪ੍ਰੈਸੀਪੀਟੇਸ਼ਨ 4.46 into 10⁻20 ਗ੍ਰਾਮਸ ਹੁੰਦੀ ਹੈ। ਔਰ ਐਨੂਅਲ ਗਲੋਬਲ ਰੇਨਫਾਲ ਪੂਰੇ ਮਤਲਬ ਅਰਥ ਦੀ, ਵਰਲਡ ਦੀ 85.7 ਸੈਂਟੀਮੀਟਰ ਰਿਕਾਰਡ ਕੀਤੀ ਗਈ ਹੈ। ਇਸ ਕਰਕੇ ਟਰਾਂਸਪੀਰੇਸ਼ਨ ਪਲਾਂਟਸ ਦਾ ਡਿਊਰਿੰਗ ਸਨਲਾਈਟ ਜੇ ਪ੍ਰੋਪਰ ਹੋਵੇ, ਇਵੈਪੋਰੇਸ਼ਨ, ਇਹ ਸਾਰੇ ਜਿਹੜੇ ਆ ਫਿਰ ਤੀ ਮੁੜ ਕੇ ਪਾਣੀ ਐਟਮੋਸਫੇਅਰ ਚਲੇ ਜਾਂਦਾ ਥਰੂ ਰੇਨ, ਪਾਣੀ ਜਿਹੜਾ ਹੈ ਵਾਪਸ ਨੀਚੇ ਆ ਜਾਂਦਾ। ਇਹ ਹਾਈਡਰੋਲੋਜੀਕਲ ਸਾਈਕਲ ਹੈ, ਇਹ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਆਉਂਦਾ ਆ ਬਣਾਉਣਾ। ਹੁਣ ਅਮਾਊਂਟ ਐਂਡ ਪੀਰੀਓਡਿਸਿਟੀ ਰੇਨਫਾਲ ਦੀ ਜਿਹੜੀ ਆ ਉਹ ਗ੍ਰੇਟਲੀ ਇਨਫਲੂਐਂਸ ਕਰਦੀ ਆ ਵੈਜੀਟੇਸ਼ਨ, ਹੈ ਨਾ ਬੇਟਾ। ਕਿਸੇ ਏਰੀਆ 'ਚ ਜਿੱਦਾਂ ਆਪਣੇ ਘੱਟ ਅਗਰ ਰੇਨਫਾਲ ਹੋਵੇ ਤਾਂ ਸੋਕਾ ਪੈ ਜਾਂਦਾ ਆ। ਹੁਣ ਰਾਜਸਥਾਨ ਦੀ ਗੱਲ ਕਰੀਏ ਤਾਂ ਉੱਥੇ ਸੈਂਡ ਹੁੰਦੀ ਆ, ਔਰ ਰੇਨਫਾਲ ਅਗਰ ਘੱਟ ਹੁੰਦੀ ਆ ਤਾਂ ਆਪਣੇ ਜਿਹੜੇ ਇੱਧਰ ਟਰੀਜ਼ ਗਰੋ ਕਰਦੇ ਉਹ ਰਾਜਸਥਾਨ 'ਚ ਨਹੀਂ ਗਰੋ ਕਰਦੇ ਹੈਗੇ। ਤਾਂ ਹਰ ਪਲਾਂਟ ਨੂੰ ਵੇਰੀ ਕਰਦਾ ਆ ਕਿ ਕਿੰਨੀ ਰੇਨਫਾਲ ਚਾਹੀਦੀ ਆ, ਕਿੰਨਾ ਪ੍ਰੈਸੀਪੀਟੇਸ਼ਨ ਚਾਹੀਦਾ ਆ। ਉਸ ਅਕੋਰਡਿੰਗ ਹੀ ਪਲਾਂਟਸ ਜਿਹੜੇ ਆ ਡਿਫਰੈਂਟ ਏਰੀਆਜ਼ 'ਚ ਗਰੋ ਕਰਦੇ ਆ ਜਾਂ ਡਿਸਟਰੀਬਿਊਟਡ ਹੁੰਦੇ ਆ। ਸੋ ਰੇਨਫਾਲ ਹੋ ਗਿਆ, ਟੈਂਪਰੇਚਰ ਹੋ ਗਿਆ, ਹਿਊਮਿਡਿਟੀ, ਮੋਇਸਚਰ, ਇਹ ਸਾਰੇ ਹੀ ਰਿਸਪੋਂਸੀਬਲ ਆ ਫॉर द ਡਿਸਟਰੀਬਿਊਸ਼ਨ ਆਫ ਪਲਾਂਟਸ ਜਾਂ ਅਸੀਂ ਲਿਵਿੰਗ ਆਰਗੈਨਿਜ਼ਮਸ ਵੀ ਕਹਿ ਸਕਦੇ ਹਾਂ। ਹੁਣ ਜਿਵੇਂ ਕੈਨੇਡਾ, ਅਮੈਰੀਕਾ ਟੈਂਪਰੇਟ ਰੀਜਨਸ ਆ ਤਾਂ ਉੱਥੇ ਉੱਦਾਂ ਦੇ ਪਲਾਂਟਸ ਗਰੋ ਕਰਦੇ ਆ, ਹੈ ਨਾ। ਇੱਥੇ ਆਪਣੇ ਰਾਜਸਥਾਨ 'ਚ ਅਪੰਸ਼ੀਆ, ਕੈਕਟਸ ਵਗੈਰਾ ਜ਼ਿਆਦਾ ਗਰੋ ਕਰਦੇ ਆ, ਬੇਰੀਆਂ ਗਰੋ ਕਰਦੀਆਂ ਜਿਜ਼ੀਪਸ। ਅਤੇ ਆਪਣੇ ਪੰਜਾਬ 'ਚ ਤਾਂ ਤੁਹਾਨੂੰ ਪਤਾ ਹੀ ਆ, ਟਾਹਲੀ ਹੋਈ, ਕਿੱਕਰਾਂ ਹੋਈਆਂ, ਨਿੰਮ, ਸਾਰੇ ਹੀ ਤਕਰੀਬਨ ਬੂਟੇ ਜਿਹੜੇ ਆ ਪਲਾਂਟ ਉਹ ਗਰੋ ਕਰ ਜਾਂਦੇ ਆ ਇੱਥੇ ਇਸ ਏਰੀਆ 'ਚ। ਕੁਛ ਹੈਗੇ ਆ ਜਿਹੜੇ ਸਾਊਥ 'ਚ ਗਰੋ ਕਰਨਗੇ, ਉਹ ਜਿਵੇਂ ਕੋਕੋਨਟ ਹੋ ਗਿਆ, ਉਹ ਇੱਧਰ ਖਜੂਰਾਂ ਹੋ ਗਈਆਂ, ਇੱਧਰ ਆਪਾਂ ਨਹੀਂ ਜ਼ਿਆਦਾਤਰ ਸਾਨੂੰ ਦੇਖਣ ਨੂੰ ਮਿਲਦੇ ਹੈਗੇ। ਫਿਰ ਜਿਹੜੀ ਅਸੀਂ ਅਗਰ ਗੱਲ ਕਰੀਏ ਫੋਰੈਸਟ ਰੇਨ, ਹੁਣ ਰੇਨਫਾਲ ਵੀ ਟੈਕਨੀਕਲ ਟਰਮਸ 'ਚ ਰੇਨਫਾਲ ਥੋੜ੍ਹੀ ਡਿਫਰੈਂਟ ਹੁੰਦੀ ਹੈ ਇਨ ਡਿਫਰੈਂਟ ਏਰੀਆਜ਼। ਜਿੱਦਾਂ ਅਸੀਂ ਫੋਰੈਸਟ ਰੇਨ ਦੀ ਗੱਲ ਕਰੀਏ ਤਾਂ ਪਾਰਸਲਸ ਆਫ ਟਰਾਂਸਪਾਇਰਡ ਵਾਟਰ ਵੇਪਰਾਈਜ਼ਸ ਅਪਵਰਡਲੀ ਇਨਟੂ ਦਾ ਏਅਰ, ਅਤੇ ਉੱਥੇ ਉਹ ਕੰਡੈਂਸ ਹੁੰਦੇ ਆ ਅਤੇ ਫਿਰ ਫਾਲ ਡਾਊਨ ਕਰਦੇ ਇਨ ਦਾ ਫਾਰਮ ਆਫ ਲਾਈਟ ਸ਼ਾਵਰ। ਰੇਨਫਾਲ ਜਿਹੜੀ ਹਲਕੀ ਕਿਣਕੀਆਂ ਪੈਂਦੀਆਂ ਜਾਂ ਹਲਕੀ ਬੂੰਦਾਬਾਂਦੀ ਹੁੰਦੀ ਆ। ਫਿਰ ਰੇਨ ਸ਼ੈਡੋ, ਮਾਊਂਟੇਨ ਸਲੋਪਸ, ਜਿਹੜੇ ਰਾਹ 'ਚ ਆਉਂਦੇ ਆ ਜਿੱਥੇ ਕਿ ਹਵਾਵਾਂ ਵਗਦੀਆਂ ਆ, ਮੋਇਸਟ ਏਅਰਸ, ਨਮੀ ਵਾਲੀਆਂ ਏਅਰ ਵਗਦੀਆਂ ਆ, ਬਲੋ ਕਰਦੀਆਂ ਆ, ਉੱਥੇ ਅਬੰਡੈਂਟ ਰੇਨਫਾਲ ਹੁੰਦੀ ਆ। ਅਤੇ ਕਈ ਏਰੀਆਜ਼ 'ਚ ਜਿੱਥੇ ਤੇਜ਼ ਹਵਾਵਾਂ ਵਗਦੀਆਂ ਉੱਥੇ ਹੈਵੀ ਰੇਨ ਹੁੰਦੀ ਆ, ਅਤੇ ਜਿੱਥੇ ਨਹੀਂ ਉਹਦੇ ਆਪੋਜ਼ਿਟ ਏਰੀਆਜ਼ 'ਚ ਲੋਅਰ ਜਾਂ ਲਾਈਟ ਰੇਨਫਾਲ ਹੁੰਦੀ ਆ, ਉਹਨੂੰ ਅਸੀਂ ਰੇਨ ਸ਼ੈਡੋ। ਮਤਲਬ ਕਈ ਵਾਰ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਿਕਲੋ ਤਾਂ ਤੁਹਾਨੂੰ ਮਿੱਟੀ ਬਸ ਇੱਕ ਪਤਾ ਲੱਗ ਜਾਂਦਾ ਆ ਸਮੈਲ ਤੋਂ, ਜਾਂ ਫਿਰ ਮਿੱਟੀ ਦੇ ਵਿੱਚ ਹਲਕੀ ਮਿੱਟੀ ਜਿਹੜੀ ਆ ਉਹ ਫੁੱਲੀਓ ਹੁੰਦੀ ਆ ਅਤੇ ਕੀ ਰੇਨ ਹੋਈ ਆ। ਮਤਲਬ ਜਸਟ ਇੱਕ ਸ਼ਾਵਰ ਵੀ ਨਹੀਂ ਕਹਿ ਸਕਦੇ, ਫਰੈਕਸ਼ਨ ਆਫ ਸੈਕਿੰਡ ਲਈ ਜਾਂ 1 ਸੈਕਿੰਡ ਲਈ ਜੇ ਰੇਨ ਹੋਈ ਹੋਵੇ ਉਹਨੂੰ ਆਪਾਂ ਸ਼ੈਡੋ ਕਹਿ ਦਿੰਦੇ ਹਾਂ। ਫਿਰ ਜਿਹੜੀ ਡ੍ਰਿਪ ਕੀ ਹੁੰਦੀ ਆ, ਦਰੱਖਤਾਂ 'ਤੇ ਰੇਨਫਾਲ ਹੋਣ ਤੋਂ ਬਾਅਦ ਪੱਤੀਆਂ 'ਤੇ ਜਿਹੜਾ ਮੀਂਹ ਦੀ ਬੂੰਦਾਂ ਪਈਆਂ ਹੁੰਦੀਆਂ ਆ, ਤੁਸੀਂ ਘੰਟੇ ਕੁ ਬਾਅਦ ਅਗਰ ਉੱਥੋਂ ਨਿਕਲੋ ਤਾਂ ਹੌਲੀ ਉਹ ਟਿਪ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਡ੍ਰਿਪ ਟਿਪ। ਰਨ ਆਫ, ਜਿੱਦਾਂ ਹੀ ਮੀਂਹ ਪਿਆ ਸਰਫੇਸ ਜਿਹੜਾ ਪਾਣੀ ਦਾ ਸੋਇਲ ਦਾ ਉਹ ਭਰ ਜਾਂਦਾ ਆ, ਪਾਣੀ ਫਲੋ ਕਰ ਜਾਂਦਾ ਆ, ਮੂਵ ਕਰ ਜਾਂਦਾ ਆ, ਉਹਨੂੰ ਅਸੀਂ ਰਨ ਆਫ ਕਹਿੰਦੇ ਹਾਂ। ਅਤੇ ਗ੍ਰੈਵੀਟੇਸ਼ਨਲ ਵਾਟਰ, ਕਿ ਪਾਣੀ ਜਦੋਂ ਖੇਤਾਂ 'ਚ ਮੀਂਹ ਤੋਂ ਬਾਅਦ ਭਰਿਆ ਹੁੰਦਾ ਆ
या फिर कच्चियां सड़कों वाला तो चलो सीवरेज 'ਚ चले जाता है, कच्चे एरियाज 'ਚ गलियां 'ਚ पानी जिहड़ा इकट्ठा होया हुंदा है वो हौली हौली रिस के सॉयल दे डीपर इनसाइड या इनर सरफेस 'ਚ चले जाता, उहनूं असीं कहने ग्रैविटेशनल वाटर। फिर डिस्ट्रीब्यूशन ऑफ वाटर ऑन अर्थ है तुसीं देख लेना आ, इन्ना भी रटन की लोड़ नहीं हैगी। हुण मेजरमेंट ऑफ रेनफॉल असीं किद्दां करदे हां बेटा, रेन गॉज ये तो तुहानूं तुसीं 7वीं 8वीं च भी पढ़िया, ਜਿਹੜੇ जे करोड़पति वगैरह देखते हैं ਉਹਦੇ ਵਿੱਚ भी ਇੱਦਾਂ ਦੀਆਂ ਚੀਜ਼ਾਂ ਪੁੱਛਦੇ ਆ। ਬੀਕਰ ਵਰਗਾ ਇੱਕ ਹੁੰਦਾ ਆ ਗਲਾਸ ਦਾ, ਇਹਦੇ ਵਿੱਚ ਮੇਜਰਿੰਗ ਸਿਲੰਡਰ ਲੱਗਿਆ ਹੁੰਦਾ ਆ, ਤੁਸੀਂ ਫਨਲ ਰੱਖ ਦਿਓ ਮੀਂਹ ਦੇ ਵਿੱਚ, ਜਿੰਨਾ ਪਾਣੀ ਇਕੱਠਾ ਹੋਇਆ ਉਹਨੂੰ ਟਾਈਮ ਨਾਲ ਮੇਜਰ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੇ ਇੰਨੇ ਮੀਟਰ ਇੰਨੇ ਮਿੰਟਸ ਜਾਂ ਇੰਨੇ ਘੰਟੇ 'ਚ ਇੰਨੀ ਰੇਨਫਾਲ ਹੋਈ ਆ, ਤਾਂ ਓਵਰਆਲ ਕਿੰਨੀ ਰੇਨਫਾਲ ਹੋਈ ਹੋਊਗੀ ਪੂਰੇ ਮੰਥ 'ਚ ਅਸੀਂ ਕੈਲਕੂਲੇਟ ਕਰ ਸਕਦੇ ਹਾਂ, ਜਾਂ ਪੂਰੇ ਰੇਨੀ ਸੀਜ਼ਨ ਦਾ ਅਸੀਂ ਡਾਟਾ ਇੱਕ ਕਲੈਕਸ਼ਨ ਨਾਲ ਇਕੱਠਾ ਕਰ ਸਕਦੇ ਹਾਂ। ਫਿਰ ਸਨੋ ਤੁਹਾਨੂੰ ਪਤਾ ਹੀ ਹੈ, ਸਨੋ ਕੀ ਹੁੰਦਾ ਆ, ਸੋਲੀਡੀਫਾਈਡ ਪ੍ਰੈਸਿਪੀਟੇਸ਼ਨ ਹੁੰਦੀ ਹੈ ਜਿਹੜੀ ਕਿ ਐਟਮੋਸਫੇਅਰ ਤੋਂ ਗਰਾਊਂਡ 'ਤੇ ਫਾਲ ਕਰਦੀ ਹੈ ਇਨ ਦਾ ਫਾਰਮ ਆਫ ਸਮਾਲ ਕ੍ਰਿਸਟਲਸ। ਸਾਰਿਆਂ ਨੇ ਸਨੋ ਦੇਖੀ ਆ ਹੈ ਨਾ, ਸ਼ਿਮਲਾ ਵਗੈਰਾ ਜੇ ਗਏ ਆ ਤਾਂ। ਹੇਲ ਗੜੇ ਤੁਸੀਂ ਰੋਜ਼, ਹੁਣ ਇਸ ਵਾਰ ਤਾਂ ਐਹਨ ਜਦੋਂ ਵੀ ਮੀਂਹ ਪਿਆ ਤਾਂ ਤਕਰੀਬਨ ਐਹਨ ਪਈ ਆ, ਐਹਨ ਨੂੰ ਅਸੀਂ ਹੇਲ ਕਹਿ ਦਿੰਦੇ ਹਾਂ। ਬਾਲਸ ਔਰ ਲੰਪਸ ਆਫ ਆਈਸ ਜਦੋਂ ਮੀਂਹ ਦੇ ਦੌਰਾਨ ਪੈਂਦੇ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਹੇਲ। ਡਿਊ ਵਾਟਰ ਡਰੋਪਸ ਜਿਹੜੇ ਕਿਸੇ ਵੀ ਆਬਜੈਕਟ ਦੇ ਸਰਫੇਸ 'ਤੇ, ਸਪੈਸ਼ਲੀ ਪਲਾਂਟਸ 'ਤੇ ਡਿਊ ਟੂ ਕੰਡੈਂਸੇਸ਼ਨ ਆਫ ਮੋਇਸਚਰ ਡੈਵਲਪ ਹੁੰਦੇ, ਉਹਨੂੰ ਅਸੀਂ ਕਹਿੰਦੇ ਹਾਂ ਡਿਊ। ਫਿਰ ਬੇਟਾ ਅਸੀਂ ਇਹ ਸੀਗੀ ਸਾਰਾ ਰੇਨਫਾਲ, ਪ੍ਰੈਸਿਪੀਟੇਸ਼ਨ, ਮੋਇਸਚਰ। ਫਿਰ ਅਸੀਂ ਹੁਣ ਗੱਲ ਕਰਦੇ ਹਾਂ ਇਹਦੇ ਨਾਲ ਹੀ ਅਸੀਂ ਇੱਥੇ ਇੰਨਾ ਕੰਪਲੀਟ ਕਰ ਦਿੰਦੇ ਹਾਂ। ਫਿਰ ਅਸੀਂ ਇਸ ਤੋਂ ਬਾਅਦ 'ਚ ਹਾਈਡਰੋਲੋਜੀਕਲ ਸਾਈਕਲ ਪੜ੍ਹਾਂਗੇ। ਪੜ੍ਹ ਲਿਓ, ਨਹੀਂ ਸਮਝ ਆਇਆ ਕੁਛ ਤਾਂ ਪੁੱਛ ਲਿਓ। ਗੁੱਡ ਬਾਏ।